ਦੇ ਵਿੱਚ ਖੇਤੀਬਾੜੀ ਮੰਤਰੀ ਨੇ ਖੇਤੀ ਕਾਨੂੰਨਾਂ ਨੂੰ ਸਹੀ ਦੱਸਿਆ ਸੀ ਤੇ ਕਾਨੂੰਨਾਂ ਦੇ ਤੇ ਕਿਸਾਨਾਂ ਦੇ ਗੁੰਮਰਾਹ ਹੋਣ ਦੀ ਗੱਲ ਕਹੀ ਸੀ। ਇੰਨਾ ਹੀ ਨਹੀਂ, ਤੋਮਰ ਨੇ ਇਹ ਵੀ ਚੈਲੰਜ ਕੀਤਾ ਕਿ ਕਾਲੇ ਕਾਨੂੰਨ ਕਹਿ ਕੇ ਸ਼ੋਰ ਮਚਾਉਣ ਵਾਲੇ ਵਿਰੋਧੀ ਹੁਣ ਤੱਕ ਇਹ ਨਹੀਂ ਦੱਸ ਸਕੇ ਕਿ ਆਖਿਰ ਕਾਨੂੰਨ ਦੇ ਵਿੱਚ ਕਾਲਾ ਕੀ ਹੈ। ਰਾਜ ਸਭਾ ਦੇ ਅੰਦਰ ਖੇਤੀ ਕਾਨੂੰਨਾਂ ਤੇ ਖੂਬ ਬਹਿਸ ਹੋਈ। ਵਿਰੋਧੀ ਧਿਰਾਂ ਨੇ ਨਵੇਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਤੇ ਕਾਲੇ ਕਾਨੂੰਨ ਦੱਸਿਆ, ਪਰ ਖੇਤੀਬਾੜੀ ਮੰਤਰੀ ਨੇ ਵਿਰੋਧੀ ਧਿਰਾਂ ਤੋਂ ਪੁੱਛਿਆ ਕਿ ਉਹ ਦੱਸਣ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਖੇਤੀਬਾੜੀ ਮੰਤਰੀ ਨੇ ਰਾਜ ਸਭਾ ਦੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਕਿਸਾਨਾਂ ਦੇ ਨਾਲ 11 ਦੌਰ ਦੀ ਗੱਲਬਾਤ ਹੋਈ ਹੈ, ਪਰ ਕਿਸਾਨ ਕਾਨੂੰਨ ਦੇ ਵਿੱਚ ਕਮੀਆਂ ਨਹੀਂ ਦੱਸ ਸਕੇ। ਪਰ ਫਿਰ ਵੀ ਸਰਕਾਰ ਸੋਧ ਦੇ ਲਈ ਤਿਆਰ ਹੈ। ਸੋਧ ਦਾ ਮਤਲਬ ਕਾਨੂੰਨਾਂ 'ਚ ਕਮੀ ਨਹੀਂ, ਬਲਕਿ ਇਹ ਤਾਂ क्रांतिकारी कानून ने। भारत सरकार किसी भी संशोधन के लिए तैयार है। इसके मायने ये नहीं लगाना चाहिए कि किसान कानून में कोई गलती है, लेकिन किसान आंदोलन पर है। पूरे एक राज्य में गलत फहमी का शिकार हैं लोग। एक ही राज्य का मसला है। ਖੇਤੀਬਾੜੀ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਇੱਕ ਸੂਬੇ ਦੇ ਕਿਸਾਨ ਕਰ ਰਹੇ ਨੇ, ਉਹਨਾਂ ਨੂੰ ਬਰਗਲਾਇਆ ਤੇ ਭੜਕਾਇਆ ਗਿਆ ਹੈ। किसानों को इस बात के लिए बरगलाया गया है कि ये कानून आपकी जमीन को ले जाएंगे। मैं कहता हूं कॉन्ट्रैक्ट फार्मिंग के एक्ट में कोई एक प्रावधान बताए, कोई एक प्रावधान बताए। ਕੰਟਰੈਕਟ ਫਾਰਮਿੰਗ ਤੇ ਕੇਂਦਰ ਦਾ ਪੱਖ ਰੱਖਦਿਆਂ ਨਰਿੰਦਰ ਤੋਮਰ ਨੇ ਪੰਜਾਬ ਦੇ ਕੰਟਰੈਕਟ ਫਾਰਮਿੰਗ ਵਾਲੇ ਕਾਨੂੰਨ ਤੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਵਾਲੇ ਕਾਨੂੰਨ 'ਚ ਤਾਂ ਕਿਸਾਨਾਂ ਨੂੰ ਜੇਲ੍ਹ ਭੇਜਣ ਅਤੇ ਜੁਰਮਾਨੇ ਦੀ ਤਜਵੀਜ਼ ਹੈ, ਕੇਂਦਰ ਦੇ ਕਾਨੂੰਨ ਤਾਂ ਕਿਤੇ ਜ਼ਿਆਦਾ ਬਿਹਤਰ ਨੇ। पंजाब सरकार का कॉन्ट्रैक्ट फार्मिंग एक्ट उठाइए, हरियाणा सरकार का कॉन्ट्रैक्ट फार्मिंग एक्ट उठाइए। और वो तो हुड्डा जी के समय ही पारित हुआ था। विपिन जी, सवाल इसका नहीं है कि उस एक्ट में क्या लिखा है, सवाल इसका है कि कॉन्ट्रैक्ट फार्मिंग एक्ट है या नहीं है, और कॉन्ट्रैक्ट फार्मिंग एक्ट कब बना, और उस कॉन्ट्रैक्ट फार्मिंग एक्ट में अगर किसान गलती करेगा तो किसान को जेल जाना पड़ेगा। ये प्रावधान पंजाब के एक्ट में है। ਰਾਜ ਸਭਾ 'ਚ ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਸਪਸ਼ਟ ਹੈ ਕਿ ਸਰਕਾਰ ਖੇਤੀ ਕਾਨੂੰਨ ਵਾਪਸ ਲੈਣ ਬਾਰੇ ਵਿਚਾਰ ਨਹੀਂ ਕਰ ਰਹੀ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਜ਼ਿੰਦਗੀ 'ਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ ਅਤੇ ਇਹਨਾਂ ਕਾਨੂੰਨਾਂ ਦਾ ਵਿਰੋਧ ਵੀ ਸਿਰਫ ਇੱਕ ਸੂਬੇ ਦੇ ਕਿਸਾਨ ਹੀ ਕਰ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਰਾਜ ਸਭਾ ਦੇ ਵਿੱਚ ਪੰਜਾਬ ਦੇ ਸੰਸਦਾਂ ਨੇ ਖੇਤੀ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ। ਤੁਸੀਂ ਵੇਖੋ, ਤੁਸੀਂ ਉਦੋਂ ਗੱਲ ਨਹੀਂ ਮੰਨੀ। ਸਾਡਾ ਹੱਕ ਸੀ, ਸਾਰੀ ਆਪੋਜੀਸ਼ਨ ਮੰਗਦੀ ਸੀ ਕਿ ਬੁਨਿਆਦੀ ਹੱਕ ਜਿਹੜਾ ਕਨਸਟੀਟਿਊਸ਼ਨ ਨੇ ਦਿੱਤਾ ਸਾਨੂੰ ਡਿਵੀਜ਼ਨ ਦਾ, ਇੱਥੇ VOTING ਕਰਾਈ ਜਾਏ। ਤੁਹਾਡੀ ਉਸ ਟਾਈਮ ਵੀ ਜਿਹੜੀ ਸਰਕਾਰ ਦੀ ਮਨਸ਼ਾ ਸੀ ਉਹ ਸਹੀ ਨਹੀਂ ਸੀ। ਤੁਸੀਂ ਧੋਖੇ ਦੇ ਨਾਲ, ਤੁਸੀਂ ਧੋਖਾਧੜੀ ਦੇ ਨਾਲ ਜਲਦੀ ਦੇ ਵਿੱਚ ਇਹ ਕਾਨੂੰਨ ਬਣਾਉਣਾ ਚਾਹੁੰਦੇ ਸੀ, ਕਿਉਂਕਿ ਕੁਝ ਜਿਹੜੇ अमीर आदमी सी, वड्डे कॉर्पोरेट हाउसेस सी, उन्होंने तुसी बेनिफिट देना चाहते सी, तुसी काला सी। इसमें काला ये है, इसीलिए 72 दिनों से यहाँ बॉर्डर पे किसान बैठा है, सारे देश का हिंदुस्तान सड़कों पे आ गया है और 190 शहीद हो गए हैं। आप कहते हैं कि कॉन्ट्रैक्ट फार्मिंग होगी, एसेंशियल कमोडिटी एक्ट बदल दिया और आपने ट्रेड एक्ट बदल दिया, मंडियों के साथ ओपन मार्केट दे दी और कॉन्ट्रैक्ट फार्मिंग दे दी। क्या जब कंपनी आएगी उसके साथ 2 एकड़ 3 एकड़ वाला किसान मुकाबला कर लेगा? इसलिए मैं यह कहना चाहता हूं कि इस कानून को वापस लीजिए, किसान के साथ द्वारा चर्चा कीजिए। इन एक्ट से सर बड़ी बात है कि स्टेट्स की पावर है, एग्रीकल्चर स्टेट सब्जेक्ट है, लेकिन फेडरल सिस्टम को नुकसान हो रहा है। सभी जो रीजनल पार्टी हैं वो फेडरल सिस्टम चाहती हैं, उसको बल्कि कमज़ोर किया जा रहा है। एग्रीकल्चर डिपार्टमेंट जो है वो स्टेट सब्जेक्ट है, लेकिन सेंटर ने बना दिए कानून। इसमें से वो फेडरल सिस्टम को बहुत बड़ी
ਤੇ ਰਾਜ ਸਭਾ ਦੇ ਸੈਸ਼ਨ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪੰਜਾਬ ਦੇ ਐਕਟ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਲੈ ਕੇ ਲਗਾਤਾਰ ਹੁਣ ਸਿਆਸਤ ਭਖ ਰਹੀ ਹੈ। ਪੰਜਾਬ ਦੇ ਕੰਟਰੈਕਟ ਫਾਰਮਿੰਗ ਐਕਟ ਦੇ ਉੱਤੇ ਬਿਆਨਬਾਜ਼ੀ ਕੀਤੀ ਗਈ। ਖੇਤੀਬਾੜੀ ਮੰਤਰੀ ਨੂੰ ਸੁਨੀਲ ਜਾਖੜ ਦਾ ਮੋੜਵਾ ਜਵਾਬ ਵੀ ਸੁਣਨ ਨੂੰ ਮਿਲਿਆ ਹੈ। ਤੋਮਰ ਸਾਹਿਬ ਕਹਿਣਾ ਭੁੱਲ ਗਏ ਨੇ ਕਿ ਇਹ ਵੀ ਗੱਠਜੋੜ ਦੀ ਹੀ ਦੇਣ ਹੈ। ਸੁਨੀਲ ਜਾਖੜ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਇਹ ਗੱਲ ਕਹੀ ਗਈ। 2013 ਦੇ ਵਿੱਚ ਬਣਿਆ ਸੀ ਕੰਟਰੈਕਟ ਫਾਰਮਿੰਗ ਐਕਟ और उस समय अकाली दल ते भाजपा का गठजोड़ सी। जाखड़ वालों यह कहा गया। राज सभा दे विच खेतीबाड़ी मंत्री ने पंजाब दे एक्ट का जिक्र किया सी और पंजाब का कंट्रैक्ट फार्मिंग एक्ट किसान विरोधी है। तोमर वालों एक गल कही गई। नरिंदर तोमर ने कहा कि पंजाब दे विच जो इस वेले कंट्रैक्ट फार्मिंग एक्ट चल रहा है वो किसान विरोधी है और लगातार कैप्टन सरकार ते निशाने उन्हां वालों साधे गए, जिस ते मुड़वा जवाब दिंदियां पंजाब कांग्रेस प्रधान सुनील जाखड़ ने कहा कि एक्ट उस वेले बनिया सी जदों कि गठजोड़ सी अकाली दल ते भाजपा दा। ਜਿਹੜਾ ਬਿਆਨ ਆਇਆ ਤੋਮਰ ਸਾਹਿਬ ਦਾ, ਤੋਮਰ ਸਾਹਿਬ ਨੂੰ ਕੋਈ ਆਹ ਕਹਿਣਾ ਭੁੱਲ ਗਿਆ ਵੀ ਆਹ ਜਿਹੜਾ ਕਾਨੂੰਨ ਬਣਿਆ ਸੀ ਇਹ 2013 'ਚ ਬਣਿਆ ਸੀਗਾ। ਆਹ ਇਹਨਾਂ ਦੀ ਬੀਜੇਪੀ ਸਰਕਾਰ ਨੇ ਬਣਾਇਆ ਸੀਗਾ, ਨਾਲ ਅਕਾਲੀ ਭਾਈਵਾਲ ਸੀਗੇ। ਆਹ 2013 ਦਾ ਕਾਨੂੰਨ ਹੈ। ਉਦੋਂ ਬੀਜੇਪੀ ਸਹਿਯੋਗੀ ਸੀਗੀ, ਬੀਜੇਪੀ ਦੇ ਮਿਨਿਸਟਰਾਂ ਦੇ ਦਸਤਖਤ ਦੇ ਨਾਲ ਬੀਜੇਪੀ ਤੇ ਅਕਾਲੀ ਦੋਨੋਂ ਭਾਈਵਾਲ ਸੀ। ਜਿਸ ਤਰ੍ਹਾਂ ਹੁਣ ਅਕਾਲੀ ਤੇ ਬੀਜੇਪੀ ਭਾਈਵਾਲ ਸੀਗੇ, ਹੁਣ ਜਿਹੜੇ ਤਿੰਨ ਕਾਨੂੰਨ ਲੈ ਕੇ ਆਏ they were part and parcel of this। ਉਹ ਕਾਨੂੰਨ ਬਣਾਤਾ। ਲੋਕਾਂ ਦਾ ਗੁੱਸਾ 2014 ਦਾ ਪਾਰਲੀਮੈਂਟ ਇਲੈਕਸ਼ਨ ਆ ਗਿਆ। ਕਿਤੇ ਨਾ ਕਿਤੇ ਹੁਕਮਰਾਨਾਂ ਨੂੰ ਜਾਗ ਆਈ ਵੀ ਲੋਕ ਕੱਪੜੇ ਪਾੜ ਲੈਣਗੇ। ਜਿਹੜਾ ਕਮਿਸ਼ਨ ਬਣਨਾ ਸੀਗਾ ਉਹ ਕਮਿਸ਼ਨ ਨਹੀਂ ਬਣਿਆ ਤੇ ਉਹ ਸਾਰਾ ਬਿੱਲ ਠੰਡੇ ਬਸਤੇ 'ਚ ਪੈ ਗਿਆ। ਬਟ ਦ ਫੈਕਟ ਰਿਮੇਨਸ ਵੀ ਆ ਬਣਾਉਣ ਵਾਲੀ ਖੁਦ ਬੀਜੇਪੀ ਸੀਗੀ। उधर कोविड-19 महामारी ने आपसी निर्भरता की भावना ਨੂੰ ਮਜ਼ਬੂਤ ਕੀਤਾ, ਜਿਸ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਆਪਣਾ ਮੂਰੀ ਯੋਗਦਾਨ ਦਈਏ, ਜਿਸ ਦੇ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਵੱਲ ਕਦਮ ਵਧਾ ਸਕੀਏ। ਅਤੇ ਨੈਟਵਰਕ 18 ਇਸ ਮੁਹਿੰਮ ਦੇ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੋ ਜਾਂਦੇ ਉਦੋਂ ਤੱਕ ਕੋਈ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ।